ਨੂੰ ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ 10th ਕਲਾਸ ਦੀ ਸੈਕਿੰਡ ਟਰਮ ਦੇ ਸੈਂਪਲ ਪੇਪਰ ਨੂੰ ਵੇਖਣਗੇ ਜੋ ਸਾਡਾ 40 ਮਾਰਕਸ ਦਾ ਪੇਪਰ ਹੋਵੇਗਾ ਤੇ ਇਹ 2 ਘੰਟੇ ਦਾ ਹੋਵੇਗਾ। ਇਹ ਸਾਨੂੰ ਕੁਝ ਨੀਤੀ ਨਿਰਦੇਸ਼ ਦਿੱਤੇ ਹੋਏ ਹੈ ਜੋ ਸਾਡੇ ਪੇਪਰ ਵਿੱਚ ਸਾਨੂੰ ਕਰਨੇ ਹਨ। ਤੇ ਹੁਣ ਅਸੀਂ ਆਪਣਾ 10th ਕਲਾਸ ਦਾ ਸੈਕਿੰਡ ਟਰਮ ਦਾ ਸੈਂਪਲ ਪੇਪਰ ਵੇਖ ਲੈਂਦੇ ਹਨ। ਪਾर्ट ए इस विच साडी व्याकरण आवेगी। अगेतर पिछेतर पूछे गए अनुसार हल करो। हेठ लिखियां विचों किसी दो अगेतरां नूं वरत के दो शब्द बनाओ। सरब पुनर बा। ये कुल साडा 10 मार्क्स दा होवेगा। इस विच असी सरब दे सरब व्यापक ते सरब उच्च शब्द बना सकते हैं ते पुनर दे पुनर्वास पुनर्निर्माण बादा बाइज्जत बादस्तुर। हेठ लिखियां विचों किसी दो पिछेतरां नूं वरत के दो दो शब्द बनाओ। आवट आवट दा असी बना सकते हैं सजावट बनावट लिखावट ते कारी दा गुणकारी लाभकारी ते बाज दा गपबाज धोखेबाज ये सारे हो सकते हैं। ते ये हुण असी प्रश्न नंबर 2 वेख लेंदे हन। हेठ लिखियां विचों किसी 6 मुहावरियां नूं इस तरह वाक्य विच वरतो कि अर्थ स्पष्ट हो जाण। चाह चढ़ना पुत्तर दे जज बन जाण दी खबर सुणदिया ही सुजिंदर नूं चाह चढ़ गया। किसी चीज़ दी चाह चढ़ जाना। चेहरा उतर जाना चोणां विच हार हो जाण दा पता लगण ते उम्मीदवार दा चेहरा उतर गया। छिक्के उत्तर टंगना अजोकी नौजवान पीढ़ी नियमां कानूनां नूं छिक्के उत्ते टंगण विच अपनी शान समझदी है। छैबर लाउणी साडे पिंड दे मेले विच लोक गायकां ने गीतां दी छैबर लगा के ਸਰੋਤਿਆਂ नूं कील लिया। जान मारना विदेशों विच रोजी रोटी कमाउण लई बहुत जान मारनी पैंदी है। जबान नूं लगाम देना ਜਿਹੜੇ ਵਿਅਕਤੀ ਆਪਣੀ ਜ਼ਬਾਨ ਨੂੰ ਲਗਾਮ ਦੇ ਕੇ ਰੱਖਦੇ ਹਨ ਉਹ ਜੀਵਨ ਵਿੱਚ ਹਮੇਸ਼ਾ ਸੁਖੀ ਰਹਿੰਦੇ ਹਨ। ਝੰਡੇ ਗੱਡਣਾ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਬੋਰਡ ਪ੍ਰੀਖਿਆ ਵਿੱਚ ਝੰਡੇ ਗੱਡ ਦਿੱਤੇ। ਝਟ ਟਪਾਉਣਾ कोरोना काल विच पैसे दे कमी कारण गरीब लोकां नूं बहुत मुश्किल नाल अपना झट टपाउणा पिया। ਇਹ ਸੀਗੇ ਸਾਡੇ ਮੁਹਾਵਰੇ। ਹੁਣ ਅਸੀਂ ਪਾर्ट 2 ਰਾਈਟਿੰਗ ਸਕਿੱਲ ਪ੍ਰਭਾਵਸ਼ਾਲੀ ਲਿਖਣ ਕੁਐਸਚਨ ਵੇਖਣਗੇ ਜੋ ਸਾਡੇ 15 ਮਾਰਕਸ ਦੇ ਆਵੇਂਗੇ। ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ 200 ਸ਼ਬਦਾਂ ਵਿੱਚ ਲੇਖ ਲਿਖੋ। ਸੋ ਭਗਤ ਸਿੰਘ ਨੌਜਵਾਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਵਰਤੋਂ। ਮਿੱਠਤ ਨੀਵੀਂ ਨਾਨਕਾਂ ਗੁਣ ਚੰਗਿਆਈਆਂ ਤਤ। ਇਹ ਤਾਂ ਸਾਨੂੰ 3 ਲੇਖ ਦਿੱਤੇ ਹੋਏ ਹਨ ਜਿਸ ਵਿੱਚ ਸਾਨੂੰ ਕੋਈ ਇੱਕ ਹੀ ਕਰਨਾ ਹੈ 200 ਸ਼ਬਦਾਂ ਦਾ ਤੇ ਇਸ ਵਿੱਚ ਭੂਮਿਕਾ 1 ਮਾਰਕਸ ਦੀ ਹੁੰਦੀ ਹੈ। ਪੇਸ਼ਕਾਰੀ ਸਾਡੀ 2 ਮਾਰਕਸ ਦੀ ਹੁੰਦੀ ਹੈ। ਵਿਸ਼ੇ ਦਾ ਵਿਗਿਆਨ ਜੋ ਅਸੀਂ ਸੈਂਟਰ ਵਿੱਚ ਲਿਖਦੇ ਹਨ ਉਹ 3 ਮਾਰਕਸ ਦਾ ਹੁੰਦਾ ਹੈ। ਸ਼ਬਦ ਚੋਣ 1 ਮਾਰਕਸ ਦਾ ਤੇ ਸ਼ਬਦ ਜੋੜ 1 ਅੰਕ ਦੇ ਹੁੰਦੇ ਹਨ। ਤੁਹਾਡੇ ਇਲਾਕੇ ਵਿੱਚ ਫੈਲ ਰਹੀ ਡੇਂਗੂ ਦੀ ਬਿਮਾਰੀ ਅਤੇ ਲੋਕਾਂ ਦੀ ਸਿਹਤ ਜਾਂਚ ਕਰਨ ਲਈ ਹਰ ਹਫ਼ਤੇ ਇੱਕ ਕੈਂਪ ਲਾਉਣ ਲਈ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਇੱਕ ਪੱਤਰ ਲਿਖੋ। ਤੇ ਇਸ ਵਿੱਚ ਸਾਨੂੰ ਚੋਇਸ ਦਿੱਤੀ ਹੋਈ ਹੈ। ਤੁਹਾਡਾ ਮਿੱਤਰ ਸਹੇਲੀ 10ਵੀਂ ਜਮਾਤ ਵਿੱਚ ਮੈਰਿਟ ਵਿੱਚ ਆਈ ਹੈ ਉਸਨੂੰ ਵਧਾਈ ਦਿੰਦੇ ਹੋਏ ਪੱਤਰ ਲਿਖੋ। ਤਾਂ ਸਾਨੂੰ ਪੇਪਰ ਵਿੱਚ 2 ਪੱਤਰ ਆਵੇਂਗੇ ਜਿਸ ਵਿੱਚ ਸਾਨੂੰ ਚੋਇਸ ਦਿੱਤੀ ਹੋਵੇਗੀ ਤੇ ਇਸ ਦੇ ਨੁਕਤਿਆਂ ਸਹਿਤ ਸਾਨੂੰ ਦਿੱਤਾ ਹੋਵੇਗਾ ਜਿਸ ਦੇ ਆਧਾਰ ਤੇ ਸਾਨੂੰ ਆਪਣਾ ਲੈਟਰ ਤੇ ਆਪਣਾ ਲੇਖ ਲਿਖਣਾ ਹੋਵੇਗਾ। ਬੋਰਡ ਐਗਜ਼ਾਮ ਵਿੱਚ ਸਾਡੀ ਲੈਟਰ 7 ਮਾਰਕਸ ਦੀ ਤੇ ਐਸੇ 8 ਮਾਰਕਸ ਦਾ ਆਵੇਗਾ ਤੇ ਸਾਡੀ ਰਾਈਟਿੰਗ ਸਕਿੱਲ 15 ਮਾਰਕਸ ਦੀ ਹੋਵੇਗੀ। ਭਾਗ ਤੀਜਾ ਪਾਠ ਪੁਸਤਕਾਂ ਤੇ ਆਧਾਰਿਤ ਪ੍ਰਸ਼ਨ ਜੋ ਸਾਡੇ 15 ਮਾਰਕਸ ਦੇ ਆਵੇਗੇ। ਕਵਿਤਾ ਵਿੱਚੋਂ ਪ੍ਰਸ਼ਨ ਨੰਬਰ 5 ਤੋਂ ਲੈ ਕੇ 8 ਤੱਕ ਕਿਸੇ 3 ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿੱਚ ਦਿਓ।
ਤੂੰ ਮੇਰਾ ਪਿਤਾ ਹੈ, ਤੂੰ ਮੇਰੀ ਮਾਤਾ। ਬਾਣੀ ਅਨੁਸਾਰ ਸਭ ਥਾਵਾਂ ਤੇ ਸਾਡਾ ਰਾਖਾ ਕੌਣ ਹੈ? ਤੇ ਇਸ ਦਾ ਉੱਤਰ ਆਵੇਗਾ ਪਰਮਾਤਮਾ। 6 ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਰਚਨਾ ਵਿੱਚ ਆਏ ਸ਼ਬਦ ਬੰਧੂ ਦਾ ਅਰਥ ਹੈ ਰਿਸ਼ਤੇਦਾਰ। 7 ਸਤਿਗੁਰੂ ਨਾਨਕ ਪ੍ਰਗਟਿਆ। ਰਚਨਾ ਅਨੁਸਾਰ ਜਿਨ੍ਹਾਂ ਥਾਵਾਂ ਤੇ ਗੁਰੂ ਨਾਨਕ ਦੇਵ ਜੀ ਨੇ ਚਰਮ ਪਰਸੇ ਹਨ ਉਹ ਥਾਵਾਂ ਦੀ ਕਰਨਯੋਗ ਹੋ ਗਈਆਂ ਹਨ। ਪੂਰਨ ਯੋਗ। ਪ੍ਰਸ਼ਨ 8 ਸਤਿਗੁਰੂ ਨਾਨਕ ਪ੍ਰਗਟਿਆ। ਰਚਨਾ ਅਨੁਸਾਰ ਗੁਰੂ ਨਾਨਕ ਦੇਵ ਜੀ ਦੁਆਰਾ ਘਰ ਘਰ ਅੰਦਰ ਬਣਾਈ ਧਰਮਸਾਲ ਵਿੱਚ ਸਦਾ ਕੀ ਹੁੰਦਾ ਰਹਿੰਦਾ ਹੈ? ਕੀਰਤਨ। ਤੇ ਮੈਂ ਇਸ ਦੇ ਆਨਸਰ ਵੀ ਤੁਹਾਨੂੰ ਬਤਾ ਦਿੱਤੇ ਹਨ। ਔਰ ਹੁਣ ਅਸੀਂ ਕਹਾਣੀ ਤੇ ਵਾਰਤਕ ਵਿੱਚੋਂ ਵੀ ਕਰ ਲੈਂਦੇ ਹਨ ਜੋ ਸਾਡੇ 3 ਮਾਰਕਸ ਦੇ ਪੇਪਰਾਂ ਵਿੱਚ ਆਵੇਂਗੇ। ਪ੍ਰਸ਼ਨ ਨੰਬਰ 9 ਤੋਂ 11 ਤੱਕ ਕਿਸੇ 2 ਪ੍ਰਸ਼ਨਾਂ ਦੇ ਉੱਤਰ 25 ਤੋਂ 30 ਸ਼ਬਦਾਂ ਵਿੱਚ ਦਿਓ। ਪ੍ਰਸ਼ਨ 9 ਅੰਗ ਸੰਗ ਕਹਾਣੀ ਵਿੱਚ ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ? ਅਮਰੀਕ ਸਿੰਘ ਵੱਲੋਂ ਕਰਜ਼ੇ ਦੀ ਰਕਮ ਲਈ ਮੁਹੱਲਤ ਮੰਗਣ ਤੇ ਉਸ ਦੇ ਕਰਜ਼ੇ ਦੀ ਰਕਮ 2 ਕਿਸ਼ਤਾਂ ਵਿੱਚ ਚੁਕਾਉਣ ਦੀ ਤੇ ਪਹਿਲੀ ਕਿਸ਼ਤ ਲਈ 15 ਦਿਨਾਂ ਦੀ ਮੁਹੱਲਤ ਦਿੱਤੀ ਗਈ। ਪ੍ਰਸ਼ਨ ਨੰਬਰ 10 ਸਿੱਖ ਧਰਮ ਵਿੱਚ ਅਰਦਾਸ ਦਾ ਕੀ ਮਹੱਤਵ ਹੈ? ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ ਤੇ ਸਾਰੀਆਂ ਰੀਤਾਂ ਰਸਮਾਂ ਲਈ ਅਰਦਾਸ ਹੀ ਹੈ, ਭਾਵੇਂ ਉਹ ਪਰਮਾਰਥਿਕ ਹੋਣ ਜਾਂ ਸੰਸਕਾਰਕ, ਜਿਵੇਂ ਜਨਮ ਮਰਨ ਵਿਆਹ ਜੰਗ ਆਦਿ ਵੇਲੇ। ਪ੍ਰਸ਼ਨ 11 ਲੇਖਕ ਨੂੰ ਪਿੰਡ ਦੀ ਕਾਗਜ਼ੀ ਪਹਿਲਵਾਨ ਕਿਉਂ ਕਹਿੰਦੇ ਹਨ? ਕਿਉਂਕਿ ਲੇਖਕ ਦੇ ਦਾਦੇ ਪੜਦਾਦੇ ਵੱਡੇ ਜੁੱਸੇ ਤਕੜੇ ਸਰੀਰ ਵਾਲੇ ਪਹਿਲਵਾਨ ਕਿਸਮ ਦੇ ਲੋਕ ਸਨ, ਜਿਨ੍ਹਾਂ ਦੇ ਉਲਟ ਲੇਖਕ ਦਾ ਸਰੀਰ ਮਾੜਾ ਜਿਹਾ ਸੀ, ਭਾਵ ਇੱਕ ਹੀਰੇ ਜਿਸੇ ਵਾਲਾ ਸੀ। ਤੇ ਹੁਣ ਅਸੀਂ ਵਾਰਤਕ ਭਾਗ ਵਿੱਚ ਪ੍ਰਸ਼ਨ ਕਰ ਲੈਂਦੇ ਹਨ ਜੋ ਸਾਡੇ 4 ਮਾਰਕਸ ਦੇ ਆਵੇਂਗੇ। ਪ੍ਰਸ਼ਨ ਨੰਬਰ 12 ਤੇ 13 ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 50 ਤੇ 60 ਸ਼ਬਦਾਂ ਵਿੱਚ ਦਿਓ। ਪ੍ਰਸ਼ਨ 12 ਪਿੰਡ ਦੇ ਚੌਧਰੀ ਨੇ ਲੇਖਕ ਦੇ ਬਾਬੇ ਨੂੰ ਪਹਿਲਵਾਨ ਨਾਲ ਘੁਲਣ ਲਈ ਕਿਉਂ ਕਿਹਾ? ਇੱਕ ਵਾਰੀ ਲੇਖਕ ਦੇ ਪਿੰਡ ਵਿੱਚ ਇੱਕ ਪਹਿਲਵਾਨ ਆਪਣੀ ਵਿਜੇ ਪਤਾਕਾ ਲਹਿਰਾਉਂਦਾ ਆਇਆ ਤੇ ਉਸਨੇ ਚੌਧਰੀ ਚੜਤ ਸਿੰਘ ਨੂੰ ਕਿਹਾ ਕਿ ਜੇ ਪਿੰਡ ਵਿੱਚ ਕੋਈ ਪਹਿਲਵਾਨ ਹੈ ਤਾਂ ਉਸ ਨਾਲ ਘੁਲੇ, ਨਹੀਂ ਤਾਂ ਉਸ ਨੂੰ ਪੱਕੀ ਰਸੀਦ ਦੇ ਕੇ ਤੋਰੋ। ਚੌਧਰੀ ਨੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਲੇਖਕ ਦੇ ਬਾਬੇ ਨੂੰ ਪਹਿਲਵਾਨ ਨਾਲ ਘੁਲਣ ਲਈ ਕਿਹਾ। ਪ੍ਰਸ਼ਨ ਨੰਬਰ 13 ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ? ਪੋਥੀ ਵਿੱਚੋਂ ਇੱਕ ਤੁਕ ਨੂੰ ਪੜ੍ਹ ਕੇ ਉਸਨੂੰ ਸਮਝ ਆ ਗਿਆ ਕਿ ਪਰਮਾਤਮਾ ਕਿਰਪਾਲੂ ਹੈ, ਹਮੇਸ਼ਾ ਬਖਸ਼ਦਾ ਹੈ, ਦਿਆ ਕਰਦਾ ਹੈ, ਪਾਪੀ ਪੂਰਨ ਆਤਮਾ ਸਭ ਨੂੰ ਆਸਰਾ ਦਿੰਦਾ ਹੈ। ਇਸ ਵਿਚਾਰ ਨੇ ਉਸ ਦਾ ਸਾਰਾ ਵਿਵਹਾਰ ਹੀ ਬਦਲ ਦਿੱਤਾ, ਜ਼ਿੰਦਗੀ ਬਦਲ ਦਿੱਤੀ। ਪਵਿੱਤਰ ਭਾਵ ਉਸ ਦੇ ਮਨ ਵਿੱਚ ਆ ਗਏ ਤੇ ਸਭ ਨਾਲ ਚੰਗਾ ਵਿਵਹਾਰ ਕਰਨ ਲੱਗ ਪਿਆ। ਹੁਣ ਅਸੀਂ ਇਕਾਂਕੀ ਵਿੱਚੋਂ ਵੀ ਪ੍ਰਸ਼ਨ ਕਰ ਲੈਂਦੇ ਹਨ ਜੋ ਸਾਡੇ ਪੇਪਰਾਂ ਵਿੱਚ 4 ਮਾਰਕਸ ਦਾ ਜ਼ਰੂਰ ਆਵੇਗਾ। ਪ੍ਰਸ਼ਨ ਨੰਬਰ 14 ਤੇ 15 ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 5 ਤੇ 60 ਸ਼ਬਦਾਂ ਵਿੱਚ ਦਿਓ। ਪ੍ਰਸ਼ਨ 14 ਨਿਹਾਲ ਕੌਰ ਅਤੇ ਮਨਜੀਤ ਕੌਰ ਦਾ ਕਿਸ ਗੱਲ ਤੋਂ ਤਕਰਾਰ ਚੱਲ ਰਹੀ ਸੀ? ਨਿਹਾਲ ਕੌਰ ਅਤੇ ਮਨਜੀਤ ਕੌਰ ਦਾ ਕਿਸ ਗੱਲ ਤੋਂ ਤਕਰਾਰ ਚੱਲ ਰਹੀ ਸੀਗੀ? ਨਿਹਾਲ ਕੌਰ ਆਪਣੀ ਨੂੰਹ ਨੂੰ ਰੋਟੀ ਟੁੱਕ ਸਹਿ ਸਮੇਂ ਤੇ ਕਰਨ ਲਈ ਕਹਿੰਦੀ ਹੈ। ਅੱਗੋਂ ਮਨਜੀਤ ਕੌਰ ਵੱਲੋਂ ਹਾਲੇ 10 ਹੀ ਵਜੇ ਹਨ ਕਹਿਣ ਤੇ ਨਿਹਾਲ ਕੌਰ ਨੂੰ ਗੁੱਸਾ ਆ ਜਾਂਦਾ ਹੈ। ਉਹ ਕਹਿੰਦੀ ਹੈ ਉਸ ਦੇ ਪੁੱਤਰ ਨੂੰ ਮਨਜੀਤ ਨੇ ਵਸ ਵਿੱਚ ਕਰ ਲਿਆ ਹੈ ਤੇ ਇੰਨਾ ਸਿਰ ਚੜ ਗਈ ਹੈ ਕਿ ਕੰਮ ਵੀ ਘੜੀ ਵੇਖ ਕੇ ਕਰਦੀ ਹੈ। ਹੁਣ ਅਸੀਂ 15 ਕੁਐਸਚਨ ਕਰ ਲੈਂਦੇ ਹਨ। ਨਿਹਾਲ ਕੌਰ ਵੱਲੋਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਵਾਉਣ ਬਾਰੇ ਕਹਿਣ ਦੇ ਮਨਜੀਤ ਕੌਰ ਦੀ ਕੀ ਜਵਾਬ ਦਿੰਦੀ ਹੈ?
ਨਿਹਾਲ ਕੌਰ ਦੀ ਇਸ ਗੱਲ ਤੇ ਮਨਜੀਤ ਕੌਰ ਮਜ਼ਾਕ ਵਿੱਚ ਕਹਿੰਦੀ ਹੈ ਉਹ ਆਪਣੇ ਮੁੰਡੇ ਦਾ ਹੋਰ ਵਿਆਹ ਕਰਵਾਉਣ ਚਾਹੁੰਦੀ ਹੀ ਉਸ ਦੀ ਸਬਜ਼ੀ ਨੂੰ ਨੁਕਸ ਕੱਢਦੇ ਹਨ। ਉਹ ਕਹਿੰਦੀ ਹੈ ਕਿ ਚੰਗਾ ਹੈ, ਰੋਜ਼ ਦਾ ਕਲੇਸ਼ ਹੀ ਮੁੱਕੇਗਾ ਤੇ ਉਹ ਸਭਾ ਦਾ ਕੰਮ ਕਰਨ ਨੂੰ ਹੋਰ ਵੀ ਵਿਹਲੀ ਹੋ ਜਾਏਗੀ। ਇਹ ਸੀਗਾ 10th ਕਲਾਸ ਦੀ ਸੈਕਿੰਡ ਟਰਮ ਦਾ ਸੈਂਪਲ ਪੇਪਰ। ਇਸ ਤਰ੍ਹਾਂ ਹੀ ਸਾਡਾ ਬੋਰਡ ਦਾ ਐਗਜ਼ਾਮ ਵੀ ਇਸ ਤਰ੍ਹਾਂ ਹੀ ਆਵੇਗਾ ਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਓ। ਇਸ ਦੇ ਨੀਤੀ ਨਿਰਦੇਸ਼ ਤੇ ਇਸ ਦੇ ਉੱਤਰ ਮੈਂ ਦੱਸ ਦਿੰਦੇ ਹਨ। ਤੇ ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਕਰਨਾ, ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਧੰਨਵਾਦ।